सूबे अंदर जदों ਦੀ ਕਾਂਗਰਸ ਸਰਕਾਰ ਆਈ ਹੈ ਉਦੋਂ ਤੋਂ ਹੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਮੰਤਰੀ ਵਿਵਾਦਾਂ ਵਿੱਚ ਆ ਰਹੇ ਹਨ। ਫਿਰ ਚਾਹੇ ਉਹ ਕਿਸੇ ਦੇ ਝੂਠੇ ਪਰਚੇ ਦੀ ਗੱਲ ਹੋਵੇ ਜਾਂ ਫਿਰ ਕਿਸੇ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਦੀ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਸ਼ ਦੀ ਰਾਖੀ ਕਰਨ ਵਾਲੇ ਇੱਕ ਸਾਬਕਾ ਫੌਜੀ ਨੇ ਦੋਸ਼ ਲਗਾਏ ਹਨ ਕਿ ਰਾਜਨੀਤਿਕ ਦਬਾਅ ਕਾਰਨ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਅੱਜ ਸਾਬਕਾ ਸੈਨਿਕ ਯੂਨੀਅਨ ਫਿਰੋਜ਼ਪੁਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਜਿਸ ਦੌਰਾਨ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਗੁਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਘਮੱਗਰ ਉਰਫ ਮਾਛੀਵਾੜਾ ਨੇ ਦੱਸਿਆ ਕਿ ਸਰਕਾਰੀ ਗੜੇ 'ਚੋਂ ਘਰ ਦੀ ਰੂੜੀ ਸੁੱਟਣ ਲਈ ਜ਼ਮੀਨ ਅਲਾਟ ਹੋਈ ਸੀ ਜਿਸ ਦਾ ਪਲਾਟ ਨੰਬਰ 301 ਹੈ, ਪਰ ਉਸ ਜ਼ਮੀਨ ਨੂੰ ਕੁਝ ਰਾਜਨੀਤਿਕ ਆਗੂਆਂ ਵੱਲੋਂ ਪੰਚਾਇਤੀ ਜ਼ਮੀਨ ਦਰਸਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹੋਰ ਕੀ ਕੁਝ ਕਹਿਣਾ ਰਿਹਾ ਸਾਬਕਾ ਸੈਨਿਕ ਦਾ, ਆਓ ਤੁਸੀਂ ਵੀ ਸੁਣੋ। ਇਹਨੂੰ ਲੈ ਕੇ ਅੱਜ ਬੈਠਕ ਕੀਤੀ ਜਾ ਰਹੀ ਹੈ ਤੇ ਕੀ ਸਭ ਤੋਂ ਪਹਿਲਾਂ ਜੀ ਮੀਡੀਆ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਸਾਬਕਾ ਸੈਨਿਕਾਂ ਫੌਜੀ ਵੀਰਾਂ ਦੇ ਉੱਤੇ ਆ ਕੇ ਜਿਹੜਾ ਸਾਡੇ ਅੱਜ ਸਾਨੂੰ ਦੁੱਖ ਤਕਲੀਫਾਂ ਸਾਡੀਆਂ ਸੁਣਨ ਦੇ ਵਿਚਾਰ ਰੱਖੇ ਆ। ਅਸੀਂ ਮੀਟਿੰਗ ਇਸ ਕਰਕੇ ਰੱਖੀਏ ਕਿ ਜੋ ਜਿਹੜੇ ਸਾਡੇ 20 ਸਿੰਘ ਆਪਣੇ ਸ਼ਹੀਦ ਹੋਏ ਆ, ਭਾਵੇਂ ਹਿੰਦੂ ਆ, ਕੋਈ ਬਿਹਾਰੀ ਆ, ਕੋਈ ਕਿਸੇ ਵੀ ਕਿਸਮ ਦਾ ਵਾ, ਉਹ ਕਹੀਂ ਉਹਨਾਂ ਨੂੰ ਇਹ ਗੱਲ ਨਹੀਂ ਆਉਂਦੇ ਹੈ ਤੇ ਮਾਵਾਂ ਦੇ ਪੁੱਤ। ਜੇ ਉਧਰ ਚਾਈਨਾ ਦੇ ਮਰ ਗਏ ਉਹ ਵੀ ਤਾਂ ਮਾਵਾਂ ਦੇ ਪੁੱਤ। ਜਿੰਨਾ ਸਾਨੂੰ ਦੁੱਖ ਹੈ ਉਹਨਾਂ ਨੂੰ ਵੀ ਉਹਨਾਂ ਦੁੱਖ। ਅਸੀਂ ਇਸ ਕਰਕੇ ਰੱਖੇ ਜੋ ਸਾਡੇ ਲੀਡਰ ਹੈ ਜੋ ਆਪਣੀਆਂ ਕੁਰਬਾਨੀਆਂ ਦੇ ਮੁੱਲ ਨਹੀਂ ਪਾ ਸਕਦੇ ਉਹਨਾਂ ਕੁਰਬਾਨੀਆਂ ਜਦੋਂ ਕੋਈ ਦੇ ਵੋਟਾਂ ਦਾ ਚੱਕਰ ਆਉਂਦਾ ਉਦੋਂ ਇਹ ਆਪਣੇ ਜੋ ਆਪਦੇ ਲੀਡਰ ਆਪਣੀਆਂ ਅੱਖਾਂ ਛੇਕਦੇ ਆ, ਆਪੋ ਆਪਣੇ ਧਰਮ 'ਤੇ ਵੋਟਾਂ ਦੇ ਰਾਜ ਕਰਾਉਂਦੇ ਆ। ਕਦੀ ਕਿਸੇ ਪਾਸੇ ਕਰਾ ਦਿੰਦੇ ਆ, ਕਦੀ ਪਾਕਿਸਤਾਨ ਵਾਲੇ ਬੰਨੇ ਕਰਾ ਦਿੰਦੇ ਆ। ਸਾਡਾ ਕਿਸੇ ਨਾਲ ਕੋਈ ਹਿੰਦੂ ਵੀਰ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਸਭ ਇੱਕ ਭਾਈ ਦੇ ਤੌਰ 'ਤੇ ਰਹਿਣਾ ਚਾਹੁੰਦੇ ਹਾਂ। ਅਸੀਂ ਇੱਕ ਬਰਤਨ ਦੇ ਵਿੱਚ ਇੱਕ ਥਾਂ 'ਤੇ ਆਪਣੇ ਕਸਮ ਪਰੇਟਾਂ ਕਰਕੇ ਨੌਕਰੀਆਂ ਕਰਕੇ ਆਏ ਹਾਂ। ਅਸੀਂ ਉਸ ਤੋਂ ਬਾਅਦ ਦੇ ਵਿੱਚ ਆਪਦੇ ਆ ਕੇ ਹੁਣ ਆਪਦਾ ਜੀਣਾ ਚਾਹੁੰਦੇ ਹਾਂ, ਪਰ ਸਰਕਾਰਾਂ ਔਰ ਲੀਡਰ ਔਰ ਜੋ ਸਾਡੇ ਅਫਸਰਸ਼ਾਹੀ ਆ ਉਹ ਸਾਡੀ ਕੋਈ ਵੀ ਵਿਚਾਰ ਨਹੀਂ ਸੁਣਦੇ। ਇੱਕ ਮੈਂ ਵਿਚਾਰ ਇਹਦੇ ਵਿੱਚ ਰੱਖਣਾ ਚਾਹੁੰਦਾ ਹਾਂ ਕਿ ਧੀਰਾ ਸਿੰਘ ਸਾਹਿਬ ਸਾਡੇ ਨਾਲ ਖੜ੍ਹੇ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਜਵਾਨ ਸਾਡਾ ਮਗਰਾਂ ਤੋਂ ਡੀਸੀ ਸਾਹਿਬ ਨੂੰ ਲੈਟਰ ਦਿੱਤਾ। ਡੀਸੀ ਸਾਹਿਬ ਨੇ ਆਖਿਆ ਵੀ ਕਰੋਨਾ ਦਾ ਟਾਈਮ ਚੱਲ ਰਿਹਾ ਵਾ, ਇਸ ਦਾ ਆਪਾਂ ਕੋਈ ਇਸ ਤੋਂ ਬਾਅਦ ਦੇ ਵਿੱਚ ਕੰਮ ਕਰਾਂਗੇ। ਉਹਨਾਂ ਨੇ ਕਲਰਕਾਂ ਨੇ ਉਹਦੇ ਉੱਤੇ ਪਰਚਾ ਕਰਾਤਾ। ਉਸ ਤੋਂ ਬਾਅਦ ਐਸਐਸਪੀ ਕੋਲੇ ਗਏ, ਐਸਐਸਪੀ ਦੇ ਇਨਕੁਆਇਰੀ ਲਈ, ਅਜੇ ਤੱਕ ਕੋਈ ਇਨਕੁਆਇਰੀ ਨਹੀਂ ਹੋਈ। ਹੁਣ ਉਸ ਤੋਂ ਬਾਅਦ ਫਿਰ ਆਈਜੀ ਕੋਲੇ ਗਏ, ਆਈਜੀ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਮੈਂ ਆਪਣੇ ਕੋਲੇ ਫਾਈਲ ਮੰਗਾਉਣਾ ਵਾ। ਉਹਨਾਂ ਨੇ ਕੋਈ ਸਾਨੂੰ ਵਿਸ਼ਵਾਸ ਨਹੀਂ ਦਿੱਤਾ। ਅਸੀਂ ਇੱਕ ਝੰਡੇ ਥੱਲੇ ਇੱਕ ਥੱਲੇ ਹੀ ਇੱਕ ਆਉਣਾ ਚਾਹੁੰਦੇ ਹਾਂ ਫੌਜੀ, ਨਾ ਕਿਸੇ ਨਾਲ ਦੁਸ਼ਮਣੀ ਨਾ ਕਿਸੇ ਨਾਲ ਵੈਰ। ਅਸੀਂ ਇੱਕ ਕੰਮ ਤੇ ਇੱਕ ਹਿੱਕ ਦੇ ਤੌਰ 'ਤੇ ਅਸੀਂ ਆਪਦਾ ਇਸ ਕੰਮ ਨੂੰ ਹੀ ਅੱਗੇ ਤੋਰਨਾ ਵਾ। ਅੱਜ ਮੈਂ ਫੌਜੀ ਵੀਰ ਸਾਰੇ ਇਕੱਠੇ ਹੋਏ ਆ। ਅੱਜ ਫੌਜੀ ਵੀਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ, ਉਸ ਜਵਾਨ ਦੇ ਨਾਲ ਧੱਕਾ ਹੋਇਆ ਵਾ, ਇੱਕ ਅੱਜ ਘਰ ਦੇ ਨਾਲ ਧੱਕਾ ਹੋਊਗਾ। ਅਸੀਂ ਇਹ ਧੱਕਾ ਨਹੀਂ ਕਿਸੇ ਦੇ ਨਾਲ ਚੱਲਣ ਦੇਣਾ। ਅਸੀਂ ਇੱਕ ਦੂਸਰੀ ਗੱਲ ਇਹ ਆ, ਸਾਡੇ ਹਿੰਦੂ ਵੀਰ ਮੁਸਲਮਾਨ ਸਿੱਖ ਈਸਾਈ ਬੋਧੀ ਜਿੰਨੇ ਵੀ ਧਰਮ ਆ ਸਾਡੇ ਧਰਮ ਇੱਕ ਆ। ਅਸੀਂ ਕਿਸੇ ਨਾਲ ਵੈਰ ਨਹੀਂ ਚਾਹੁੰਦਾ। ਸੰਧੂਰ ਸ਼ੈਣੀ ਆ ਕਿਹੜੀ ਮਿੱਟੀ ਦਾ ਬਣਿਆ, ਮੇਰੇ ਮੂੰਹੋਂ ਲਫ਼ਜ਼ ਨਹੀਂ ਨਿਕਲਿਆ ਜੋ ਉਹਨੇ ਬਕਵਾਸ ਕੀਤਾ ਵਾ। ਹਿੰਦੂਆਂ ਦੀਆਂ ਵੀ ਲੜਕੀਆਂ ਬਾਹਰ ਗਈਆਂ, ਲੜਕੇ ਬਾਹਰ ਗਏ ਆ, ਸਾਡੇ ਵੀ ਬਾਹਰ ਗਏ, ਸਭ ਕੁਝ ਜੋ ਉਹਨੇ ਬਕਵਾਸ ਕੀਤਾ। ਉਸ ਏਜੰਸੀ ਦਾ ਕਿਹੜਾ ਉਹਦੇ ਕਿਸ ਦਾ ਹੱਥ ਆ, ਉਹ ਹੱਥ ਕਿਸ ਦਾ ਵਾ, ਕੌਣ ਬੰਦਾ ਉਹਦੇ ਪਿੱਛੇ ਆ, ਸਾਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਵਾ। ਅਸੀਂ ਬਰਖਲਾਫ ਜਿਸ ਤਰ੍ਹਾਂ ਹੁਣ ਪਰਚਾ ਹੋਇਆ ਵਾ, ਅਸੀਂ ਵੱਧ ਤੋਂ ਵੱਧ ਜਿਸ ਤਰ੍ਹਾਂ ਜਾ ਕੇ ਸਾਰੇ ਜਥੇਬੰਦੀਆਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਆ ਸਾਡੇ ਜਥੇਬੰਦੀਆਂ, ਅਸੀਂ ਆਪਦਾ ਸੂਰੀ ਦੇ ਬਰਖਲਾਫ ਜੋ ਸਾਨੂੰ ਸਾਡੇ ਠੋਸ ਪਹੁੰਚਾਈ ਆ, ਸਾਡੇ ਸਿੱਖ ਧਰਮ ਵੀਰਾਂ ਨੂੰ ਕਿਸੇ ਨੂੰ ਉਹਨਾਂ ਨੇ ਪਹੁੰਚਾਈ ਆ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਜਿਹੜਾ ਤੁਸੀਂ ਆਪਣੇ ਜ਼ਮੀਨ ਦਾ ਮਾਮਲਾ ਹੈ, ਆਪਣੇ ਖੱਡੇ ਦਾ ਮਾਮਲਾ ਜੀ। ਖੱਡੇ ਸੰਨ 58 ਤੋਂ ਲੈ ਕੇ ਉਹਨਾਂ ਦੇ ਖੱਡੇ ਕੱਟੇ ਹੋਏ ਆ। ਜਾਂ ਤਾਂ ਸਾਰੇ ਪਿੰਡ ਦੇ ਖੱਡੇ ਖਾਲੀ ਕਰਾਏ ਜਾਣ ਜਾਂ ਕਿਸੇ ਦਾ ਵੀ ਨਾ ਕਰਾਇਆ ਜਾਵੇ। ਅਗਰ ਕਰਾਇਆ ਜਾਵੇ ਉਹਦਾ ਕਿਉਂ ਇਕੱਲੇ ਇੱਕ ਦਾ ਕਿਉਂ ਕਰਾਇਆ ਜਾਂਦਾ ਵਾ? ਅਸੀਂ ਉਸ ਦੇ ਨਾਲ ਸਹਿਮਤ ਨਾਲ ਸਾਡੀ ਜਥੇਬੰਦੀ ਨਾਲ ਖੜੀ ਉਸ ਜਵਾਨ ਦੇ, ਅਸੀਂ ਉਸ ਜਥੇਬੰਦੀ ਦਾ ਪੂਰਾ ਸਾਥ ਦੇਵਾਂਗੇ ਜੀ। ਲੱਗਦਾ ਰਾਜਨੀਤਿਕ ਹਸਤਕਸ਼ੇਪ ਰਾਜਨੀਤੀ ਦਾ ਪੂਰਾ ਹੱਥ ਆ ਜੀ। ਇਹ ਰਾਜਨੀਤੀ ਤੋਂ ਬਗੈਰ ਕੰਮ ਨਹੀਂ ਚੱਲਦਾ। ਰਾਜਨੀਤੀ ਦਾ ਪੂਰਾ ਹੱਥ ਆ। ਕਿਹੜੇ ਨੇਤਾ ਦਾ ਤੁਸੀਂ ਹੱਥ ਸਮਝਦੇ ਹੋ ਪਿੱਛੇ? ਕੋਈ ਨੇਤਾ ਅੱਜ ਕੱਲ੍ਹ ਕੋਈ ਨੇਤਾ ਸਾਫ਼ ਨਹੀਂ ਕਰ ਰਿਹਾ, ਕੋਈ ਮੁੰਡੇ ਦਿੰਦਾ, ਕੋਈ ਸਫਾਈ ਨਹੀਂ ਕਰ ਰਿਹਾ। ਅਸੀਂ ਇਮਾਨਦਾਰ ਆਦਮੀ, ਇਮਾਨਦਾਰੀ ਆਪਦੀ ਰੱਖੀ ਆ, ਇਮਾਨਦਾਰੀ ਬਾਰਡਰਾਂ 'ਤੇ ਦਿਖਾਈ ਆ, ਇਮਾਨਦਾਰੀ ਇੱਥੇ ਰੱਖੀ ਆ, ਇਮਾਨਦਾਰੀ ਨਾਲ ਅੱਗੇ ਵਧਾਂਗੇ, ਇਮਾਨਦਾਰੀ ਨਾਲ ਅੱਗੇ ਕੰਮ ਚਲਾਵਾਂਗੇ ਜੀ। ਜੇ ਫਿਰ ਵੀ ਤੁਹਾਡਾ ਜਿਹੜਾ ਇਹਨਾਂ ਇਨਸਾਫ ਨਹੀਂ ਮਿਲਦਾ, ਅਗਲਾ ਸੰਘਰਸ਼ ਅਸੀਂ ਅਗਲਾ ਸੰਘਰਸ਼ ਅਸੀਂ ਵੱਢਾਂਗੇ। ਅਸੀਂ ਹੁਣ ਧਰਨੇ ਦਾ ਅਸੀਂ ਅੱਜ ਤੱਕ ਸਾਡੀ ਐਕਸਮੈਲੀ ਕੱਚੇ ਧਾਗੇ ਨਾਲ ਫੌਜ ਬੱਧੀ ਆ, ਕੱਚੇ ਧਾਗੇ ਨਾਲ ਹੀ ਰਹੇ ਹਾਂ। ਆਰਡਰ ਦੇ ਮੰਨਣਾ ਪਾਲਣਾ ਕੀਤੀ ਆ, ਆਰਡਰ ਮੰਨ ਕੇ ਆਏ ਹਾਂ, ਇੱਥੋਂ ਤੱਕ ਪਹੁੰਚੇ ਆ। ਹੁਣ ਅਗਲਾ ਸਾਨੂੰ ਨਹੀਂ ਤੱਕ ਆਇਆ, ਅਸੀਂ ਧਰਨੇ ਲਾਉਣ ਨੂੰ ਅਸੀਂ ਤਿਆਰ, ਸਾਨੂੰ ਮਜਬੂਰ ਕੀਤਾ ਜਾਊਗਾ। ਜੇ ਸਾਡਾ
ਇਹ ਆਪਣੇ ਗੁਰਮੇਲ ਸਿੰਘ ਨੂੰ ਨਾ ਨਿਆਂ ਮਿਲਿਆ ਤਾਂ ਸਾਨੂੰ ਮਜਬੂਰ ਕੀਤਾ ਜਾਊਗਾ। ਕੀ ਨਾਮ ਹੈ ਤੁਹਾਡਾ? ਨਾਮ ਕੀ ਹੈ? ਮੇਰਾ ਮੈਂ ਜੀ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰਾ, ਰਾਸ਼ਟਰਪਤੀ ਅਵਾਰਡ ਮਿਲਿਆ ਵਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਨੇ ਸਾਡੀਆਂ ਇੰਨੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਕੁਰਬਾਨੀ ਦਾ ਕੋਈ ਸਾਡੀਆਂ ਇਹਨਾਂ ਮੁੱਲ ਨਹੀਂ ਪਾਇਆ ਸਾਨੂੰ ਇਹਨਾਂ ਦੇ ਸਾਰੇ। ਸਰਵਿਸਮੈਨ ਲੀਗ ਦੇ ਸਾਰੇ ਮੈਂਬਰ ਇੱਥੇ ਇਕੱਠੇ ਹੋਣ ਦਾ ਸਾਡਾ ਇੱਕ ਹੀ ਮਕਸਦ ਹੈ, ਜੋ ਮੇਨ ਮਕਸਦ ਹੈ, ਵਿਸ਼ਾ ਸਾਡਾ ਇਹ ਹੈ ਕਿ ਜੋ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ, ਸਿੱਖਾਂ ਦੇ ਜਜ਼ਬਾਤਾਂ ਦੇ ਨਾਲ, ਸਿੱਖ ਕੌਮ ਦੇ ਨਾਲ ਖਿਲਵਾੜ ਕੀਤੀ ਜਾ ਰਹੀ ਹੈ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ, ਕਿਉਂਕਿ ਕਹਿੰਦੇ ਨੇ ਵੀ ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ। ਸੋ ਮੈਂ ਬੇਨਤੀ ਕਰਦਾ ਅੱਜ ਦੇ ਪ੍ਰਸ਼ਾਸਨ ਨੂੰ, ਕੈਪਟਨ ਸਾਹਿਬ ਦੀ ਸਰਕਾਰ ਨੂੰ, ਵੀ ਕੈਪਟਨ ਸਾਹਿਬ ਸਿੱਖਾਂ ਦੇ ਨਾਲ ਇੰਨੀ ਖਿਲਵਾੜ, ਸਿੱਖ ਕੌਮ ਦੀਆਂ ਜਿੰਨੀਆਂ ਭੈਣਾਂ ਨੇ, ਮਾਵਾਂ ਨੇ, ਉਹਨਾਂ ਦੇ ਜਜ਼ਬਾਤਾਂ ਨਾਲ, ਉਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤੀ ਜਾਂਦੀ ਹੈ। ਬਿਲਕੁਲ ਇਹਦੇ ਵਿੱਚ ਕੋਈ ਦੋ ਗੱਲਾਂ ਨਹੀਂ ਹੈਗੀਆਂ ਤੇ ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ। ਵਾਰ-ਵਾਰ ਇਹ ਜੋ ਸੁਦੀਪ ਸੂਰੀ ਹੈ, ਇਸਨੇ ਇੱਕ ਵਾਰੀ ਗਲਤੀ ਨਹੀਂ ਕੀਤੀ, ਇਸਨੇ ਬਹੁਤ ਵਾਰੀ ਗਲਤੀਆਂ ਕਰਕੇ ਬਾਅਦ 'ਚ ਮਾਫੀਆਂ ਮੰਗਦਾ ਹੈ। ਪਿਛਲੀ ਵਾਰੀ ਇਸਨੇ ਬੋਲਿਆ ਸੀ ਕਿ ਜੋ ਘੱਟ ਗਿਣਤੀ ਹੈ, ਜੋ 2% ਹੈ, ਹਿੰਦੂ ਬੱਚੇ ਜਿੰਨੇ ਨੇ ਪਿਸਟਲ ਖਰੀਦੋ, ਉਸ ਤੋਂ ਬਾਅਦ ਜਿਹੜੇ ਸਿੱਖ ਕੌਮ ਹੈ 2% ਹੈ, ਇਹਨੂੰ ਖਤਮ ਕਰੋ। ਪਿਛਲੀ ਵਾਰੀ ਨੇ ਇਹ ਬੋਲਿਆ ਸੀਗਾ। ਅੱਜ ਇਹਨਾਂ ਨੇ ਸਿੱਖ ਕੌਮ ਦੀਆਂ ਬੀਬੀਆਂ ਭੈਣਾਂ ਤੇ ਇੱਜ਼ਤ ਦੇ ਸਵਾਲ ਉਠਾਏ ਨੇ। ਇਹ ਇਸ ਤਰੀਕੇ ਨਾਲ ਨੇ। ਸੋ ਬੇਨਤੀ ਕਰਦੇ ਅਸੀਂ ਜਿੰਨੇ ਵੀ ਸਰਵਿਸਮੈਨ ਲੀਗ ਦੇ ਰਿਟਾਇਰਮੈਂਟ ਇਕੱਠੇ ਹੋਏ ਅੱਜ ਅਸੀਂ ਅੱਜ ਮੀਟਿੰਗ ਪਾਸ ਕੀਤੀ ਹੈ। ਜੇ ਸਰਕਾਰ ਨੇ ਸੁਦੀਪ ਸੂਰੀ ਤੇ ਕੋਈ ਚੰਗਾ ਕਦਮ ਨਹੀਂ ਲਿਆ, ਉਹਨੂੰ ਸਜ਼ਾ ਨਹੀਂ ਦਿੱਤੀ ਗਈ, ਗ੍ਰਿਫਤਾਰ ਨਹੀਂ ਕੀਤਾ ਗਿਆ, ਪਹਿਲਾਂ ਵੀ ਇਹਨੂੰ ਛੱਡ ਦਿੱਤਾ ਗਿਆ ਸੀਗਾ, ਕੋਈ ਹੋਰ ਵਜ੍ਹਾ ਬਣਾ ਕੇ ਜੀ ਇਸ ਨੂੰ ਐਡਿਟ ਕੀਤਾ ਗਿਆ ਸੌਫਟਵੇਅਰ ਤੇ, ਇਸ ਨੂੰ ਮੀਡੀਆ ਤੇ ਐਡਿਟ ਕੀਤਾ ਗਿਆ, ਹਮੇਸ਼ਾ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਉਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ, ਅਸੀਂ ਸਾਰੇ ਰਲ ਕੇ ਬੇਨਤੀ ਕਰਦੇ ਹਾਂ ਤੇ ਜੇ ਸੁਦੀਪ ਸੂਰੀ ਤੇ ਉਹ ਸੂਰੀ ਦਾ ਬੱਚਾ ਤੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਅਸੀਂ ਸਿੱਖ ਕੌਮ ਦਾਸ ਇੰਟਰਨੈਸ਼ਨਲ ਪੰਥਕ ਦਲ ਦੇ ਨਾਲ ਸੰਬੰਧਿਤ ਹੈ, ਮੇਰੇ ਵੀਰ ਵੀ ਹੋਰ ਬਹੁਤ ਸੰਬੰਧਿਤ ਨੇ, ਬਲਕਿ ਅਸੀਂ ਸਾਰੇ ਰਲ ਮਿਲ ਕੇ, ਨਾ ਹਿੰਦੂ ਮੁਸਲਮਾਨ ਸਿੱਖ ਈਸਾਈ, ਆਪਾਂ ਰਲ ਮਿਲ ਕੇ ਰਹਿਣ ਵਾਲੇ ਹਾਂ ਤੇ ਕੋਈ ਬੰਦਾ, ਇੱਕ ਆਮ ਬੰਦਾ ਕੋਈ ਕਿਸੇ ਦੇ ਧਰਮ ਤੇ ਕਿੰਤੂ ਪਰੰਤੂ ਕਰੇ, ਇਹ ਅਸੀਂ ਜਰ ਨਹੀਂ ਸਕਦੇ। ਕੈਪਟਨ ਸਾਹਿਬ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਨੂੰ ਜੇਲ੍ਹ ਸੁੱਟਿਆ ਜਾਵੇ, ਨਹੀਂ ਤਾਂ ਸਿੱਖ ਕੌਮ ਨੂੰ ਜਵਾਬ ਦੇਣਾ ਵੀ ਆਉਂਦਾ ਹੈ। ਅਬਦਾਲੀ ਨਹੀਂ ਰਿਹਾ, ਮੱਸਾ ਰੰਗੜ ਨਹੀਂ ਰਿਹਾ, ਹੋਰ ਵੀ ਜਿਹੜੇ ਚੜ੍ਹ ਕੇ ਆਏ ਨੇ ਸਿੱਖ ਕੌਮ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਿਨ੍ਹਾਂ ਨੇ, ਉਹਨਾਂ ਦਾ ਆਖਰੀ ਉਹੀ ਸਿੱਟਾ ਨਿਕਲਦਾ ਹੈ ਕਿ ਉਹ ਇਸ ਦੁਨੀਆ ਤੇ ਨਹੀਂ ਰਹਿੰਦੇ। ਇਸ ਕਰਕੇ ਬੇਨਤੀ ਕਰਦਾ ਅੱਜ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ, ਪੰਜਾਬ ਦੇ ਪ੍ਰਸ਼ਾਸਨ ਨੂੰ, ਕੈਪਟਨ ਸਾਹਿਬ ਦੀ ਸਰਕਾਰ ਜੋ ਹੈ, ਸਾਡੇ ਜਜ਼ਬਾਤਾਂ ਦੇ ਨਾਲ ਖੇਡਣਾ ਬੰਦ ਕਰੋ, ਸਿੱਖ ਕੌਮ ਦੇ ਨਾਲ ਖਿਲਵਾੜ ਕਰਨਾ ਬੰਦ ਕਰੋ, ਰਾਜਨੀਤੀ ਬੰਦ ਕਰੋ। ਘੱਟ ਗਿਣਤੀਆਂ ਦੇ ਨਾਲ ਕਾਨੂੰਨ ਕੁਝ ਹੋਰ ਹੈ ਤੇ ਵੱਧ ਗਿਣਤੀਆਂ ਦੇ ਨਾਲ ਕਾਨੂੰਨ ਕੁਝ ਹੋਰ ਹੈ। ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ ਹੈ, ਕੁਚਲਿਆ ਜਾਂਦਾ ਹੈ, ਮਾਰਿਆ ਜਾਂਦਾ ਹੈ, ਬੋਲ ਵੀ ਨਹੀਂ ਸਕਦੇ। ਸੋ 10 ਜ਼ਿਆਦਾ ਨਾ ਬਚਨ ਬੋਲੇ, ਗੱਲਾਂ ਜ਼ਿਆਦਾ ਨਾ ਕਰੇ। ਜੇ ਇਸ 'ਤੇ ਕੋਈ ਕਾਰਵਾਈ ਸਖਤ ਕੀਤੀ ਜਾਂਦੀ ਹੈ ਤਾਂ ਅਸੀਂ ਅਗਲਾ ਕਦਮ ਨਹੀਂ ਚੁੱਕਾਂਗੇ ਤੇ ਜੇ ਕਾਰਵਾਈ ਸਰਕਾਰ ਨਹੀਂ ਕਰਦੀ, ਅਸੀਂ ਧਰਨੇ 'ਤੇ ਵੀ ਬੈਠਾਂਗੇ, ਰੋਡ ਵੀ ਬਲੌਕ ਕਰਾਂਗੇ। ਕਰੋਨਾ ਦਾ ਸਮਾਂ ਹੈ, ਲੇਕਿਨ ਕਰੋਨਾ ਦੇ ਜੋ ਵੀ ਸੋਸ਼ਲ ਡਿਸਟੈਂਸ ਹੈ ਉਸ ਨੂੰ ਮੱਧਿਆ ਰੱਖਦੇ ਹੋਏ ਅਸੀਂ ਅੱਜ ਵੀ ਜੋ ਮੀਟਿੰਗ ਕੀਤੀ ਹੈ ਉਸ ਨੂੰ ਮੱਧਿਆ ਰੱਖ ਕੇ ਕੀਤੀ ਹੈ। ਹੋਰ ਵੀ ਜੋ ਸਾਨੂੰ ਧਰਨਾ ਲਾਉਣਾ ਪਿਆ, ਕਿਤੇ ਵੀ ਡੀਸੀ ਸਾਹਿਬ ਦੇ ਜਿੱਥੇ ਵੀ ਜਾਣ ਦੀ ਲੋੜ ਪਵੇ ਅਸੀਂ ਜਾਵਾਂਗੇ। ਇਹੀ ਬੇਨਤੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਜੀ ਐਕਸ ਹਵਲਦਾਰ ਭਾਈ ਨਿਸ਼ਾਨ ਸਿੰਘ ਖਾਲਸਾ, ਇੰਟਰਨੈਸ਼ਨਲ ਪੰਥਕ ਦਲ ਦਾ ਮੈਂਬਰ ਹਾਂ। ਪ੍ਰਾਈਮ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।